ਗੁਰੂ ਪਿਆਰੇ ਖਾਲਸਾ ਜੀ ਤੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਇਸ਼ੂਜ਼ ਨੇ ਜਿਸ ਦੇ ਉੱਤੇ ਅੱਜ ਅਸੀਂ ਆਪਣੇ ਵਿਚਾਰ ਰੱਖਾਂਗੇ ਐਂਡ ਫਿਰ ਗੁਰਬਾਣੀ ਮੁਤਾਬਕ ਅਤੇ ਗੁਰੂ ਸਾਹਿਬ ਦਾ ਜੋ ਉਪਦੇਸ਼ ਹੈ ਉਸ ਦੇ ਮੁਤਾਬਕ ਇਸ ਨਤੀਜੇ ਤੇ ਪਹੁੰਚਾਂਗੇ ਕਿ ਸਾਨੂੰ ਗੁਰੂ ਦਾ ਮਾਰਗਦਰਸ਼ਨ ਇਸ ਬਾਬਤ ਕੀ ਕਹਿੰਦਾ ਹੈ। ਰੀਸੈਂਟਲੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਇੱਕ ਇਕੱਤਰਤਾ ਹੋਈ ਹੈ, ਮੀਟਿੰਗ ਹੋਈ ਹੈ ਅਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਜੋ ਫੈਸਲੇ ਲਏ ਨੇ ਉਸ ਦੇ ਵਿੱਚ ਦੋ ਫੈਸਲੇ ਐਸੇ ਨੇ ਜਿਹੜੇ ਕਿ ਨੋਟਿਸ ਦੇ ਵਿੱਚ ਸਿੱਖ ਪੰਥ ਦੇ ਹਰ ਗੁਰਸਿੱਖ ਨੂੰ, ਹਰ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਲੈਣੇ ਚਾਹੀਦੇ ਨੇ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਅਤੇ ਗੁਰੂ ਪੰਥ, ਇਹ ਦੋ ਗੁਰੂ ਨੇ ਸਾਡੇ ਅਧਿਆਤਮਿਕ ਤੌਰ ਤੇ, ਧਾਰਮਿਕ ਤੌਰ ਤੇ ਜੋ ਸਾਡਾ ਮਾਰਗਦਰਸ਼ਨ ਹੈ ਸਾਨੂੰ ਗੁਰੂ ਗ੍ਰੰਥ ਤੋਂ ਮਿਲਦਾ ਹੈ ਅਤੇ ਬਾਕੀ ਹੋਰ ਜਿਹੜੀਆਂ ਚੀਜ਼ਾਂ ਨੇ, ਭਾਵੇਂ ਉਹ ਸਮਾਜਿਕ ਹੋਣ ਜਾਂ ਧਾਰਮਿਕ ਹੋਣ, ਜਿਨ੍ਹਾਂ ਮਸਲਿਆਂ ਨੂੰ ਪੰਥ ਦੇ ਲੈਵਲ ਦੇ ਉੱਤੇ ਨਜਿੱਠਣ ਦੀ ਲੋੜ ਹੁੰਦੀ ਹੈ ਜਾਂ ਉਹਨਾਂ ਨੂੰ ਸੋਲਵ ਕਰਨ ਦੀ ਲੋੜ ਹੁੰਦੀ ਹੈ, ਉਦੋਂ ਫਿਰ ਗੁਰੂ ਪੰਥ ਆਪਣਾ ਰੋਲ ਪਲੇ ਕਰਦਾ ਹੈ ਅਤੇ ਇਸ ਪਾਵਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਡੀਸੈਂਟਰਲਾਈਜ਼ ਕਰਕੇ ਪੰਜਾਂ ਪਿਆਰਿਆਂ ਦੇ ਹੱਥ ਦਿੱਤਾ ਹੈ ਅਤੇ ਕੋਈ ਵੀ ਪੰਥਕ ਫੈਸਲਾ ਜਿਹੜਾ ਕਿ ਸਮੁੱਚੇ ਪੰਥ ਦੇ ਲੈਵਲ ਤੇ ਜਾਂ ਗੁਰਸਿੱਖੀ ਦੇ ਲੈਵਲ ਤੇ ਲਿਆ ਜਾਂਦਾ ਹੈ, ਉਸ ਫੈਸਲੇ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਦਾ ਬੜਾ ਅਹਿਮ ਰੋਲ ਹੁੰਦਾ ਹੈ ਅਤੇ ਉਹਨਾਂ ਦੇ ਰੋਲ ਦੀ ਜਿਹੜੀ ਅਹਿਮੀਅਤ ਹੈ ਉਹ ਗੁਰਸਿੱਖੀ ਦੇ ਵਿੱਚ, ਗੁਰੂ ਪੰਥ ਦੇ ਵਿੱਚ ਬਹੁਤ ਮਹਾਨ ਅਤੇ ਉੱਚੀ ਮੰਨੀ ਗਈ ਹੈ। ਤੇ ਇਹ ਜਿਹੜੇ ਤਖਤ ਹਨ ਪੰਜ, ਉਹਨਾਂ ਦੇ ਜਿਹੜੇ ਪ੍ਰਮੁੱਖ ਗ੍ਰੰਥੀ ਜਾਂ ਜਥੇਦਾਰ ਸਾਹਿਬਾਨ ਕਹਿ ਲਓ ਜੀ, ਉਹ ਇਸ ਫੈਸਲਿਆਂ ਦੇ ਵਿੱਚ ਮਿਲ ਕੇ ਤੇ ਪੰਥ ਨੂੰ ਇੱਕ ਮਾਰਗਦਰਸ਼ਨ ਦਿੰਦੇ ਨੇ, ਸੇਧ ਦਿੰਦੇ ਨੇ। ਰੀਸੈਂਟਲੀ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਦੁਆਰਾ ਲਏ ਗਏ ਨੇ, ਉਹਨਾਂ ਦੇ ਵਿੱਚ ਦੋ ਇਸ਼ੂ ਐਸੇ ਨੇ ਜਿਸ ਨੂੰ ਥੋੜਾ ਇੱਕ ਹਾਈਲਾਈਟ ਕਰਨਾ, ਡਿਸਕਸ਼ਨ ਦੇ ਵਿੱਚ ਲਿਆਉਣਾ, ਇਹ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਗਿਆਨੀ ਇਕਬਾਲ ਸਿੰਘ ਜੀ ਜਿਹੜੇ ਸਾਬਕਾ ਜਥੇਦਾਰ ਸਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਵ ਅਤੇ ਕੁਸ਼ ਦੇ ਸੰਤਾਨ ਹਨ ਜਾਂ ਉਹਨਾਂ ਦੇ ਪੂਰਵਜ ਜਿਹੜੇ ਹਨ ਉਹ ਲਵ ਅਤੇ ਕੁਸ਼ ਹੋਏ ਹਨ। ਮੈਂ ਇਸ ਬਾਬਤ ਇਹ ਬਿਲਕੁਲ ਕੈਟੇਗਰਲੀ ਸਾਫ਼ ਕਰਨਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਆਯੂ ਸੰਸਾਰਿਕ ਤੌਰ ਤੇ 70 ਸਾਲ ਦੀ ਹੋਈ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਆਯੂ 42 ਸਾਲ ਦੀ ਹੋਈ ਹੈ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਦੀ ਵੀ ਇਸ ਗੱਲ ਨੂੰ ਕਿਸੇ ਜਗ੍ਹਾ ਵੀ ਨਹੀਂ ਉਚਾਰਿਆ, ਨਹੀਂ ਕਿਹਾ ਕਿ ਸਾਡੇ ਪੂਰਵਜ, ਸਾਡੇ ਵੱਡੇ ਵਡੇਰੇ ਜਿਹੜੇ ਸਨ ਉਹ ਸ਼੍ਰੀ ਰਾਮ ਜੀ ਜਾਂ ਲਵ ਅਤੇ ਕੁਸ਼ ਦੀ ਰੂਪ ਦੇ ਵਿੱਚ ਸਨ ਅਤੇ ਅਸੀਂ ਉਹਨਾਂ ਦੇ ਸੰਤਾਨ ਦੇ ਵਿੱਚੋਂ ਆਉਂਦੇ ਹਾਂ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਗੱਲ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਉਹ ਸਰੀਰਕ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦੇ ਸਨ, ਜਦੋਂ ਉਹਨਾਂ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿਸੇ ਜਗ੍ਹਾ, ਕੋਈ ਇਸ ਗੱਲ ਨੂੰ ਡਿਸਕਸ਼ਨ ਦੇ ਵਿੱਚ ਜਾਂ ਉਪਦੇਸ਼ ਦੇ ਰੂਪ ਦੇ ਵਿੱਚ ਸਿੱਖਾਂ ਨੂੰ ਨਹੀਂ ਕਿਹਾ, ਤੇ ਇਹ ਪੰਥ ਦੇ ਜਥੇਦਾਰ ਭਾਵੇਂ ਉਹ ਸਾਬਕਾ ਹੀ ਸਨ, ਵੈਸੇ ਉਹਨਾਂ ਦਾ ਜਿਹੜਾ ਮਤਲਬ ਕੈਰੀਅਰ ਹੈ ਉਹ ਬਹੁਤਾ ਉਸ ਨੂੰ ਸਮੂਥ ਨਹੀਂ ਮੰਨਿਆ ਜਾਏਗਾ, ਕਾਫੀ ਕੰਟਰੋਵਰਸ਼ੀਅਲ ਰਿਹਾ ਹੈ, ਪਰ ਖੈਰ ਚਲੋ ਉਸ ਪਾਸੇ ਮੈਂ ਨਹੀਂ ਜਾਂਦਾ। ਇਹ ਕਿਸ ਹਿਸਾਬ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਇਹ ਸਾਡੀ ਸਮਝ ਤੋਂ ਪਰੇ ਹੈ, ਸਾਡੀ ਸਮਝ ਤੋਂ ਬਾਹਰ ਹੈ। ਔਰ ਮੇਰੇ ਖਿਆਲ ਦੇ ਵਿੱਚ ਅਗਰ ਗਲਤੀ ਨਾਲ ਜਾਂ ਕਿਸੇ ਤਰੀਕੇ ਨਾਲ ਸਹਿਜ ਸੁਭਾਅ ਵੀ ਮੀਡੀਆ ਜਦੋਂ ਸਾਹਮਣੇ ਆਉਂਦਾ ਹੈ, ਕਈ ਵਾਰੀ ਆਦਮੀ ਸਾਈਕੋਲੋਜੀਕਲੀ ਕਿਸੇ ਇੱਕ ਪ੍ਰੈਸ਼ਰ ਦੇ ਵਿੱਚ ਆ ਕੇ ਕੁਝ ਕਹਿਣਾ ਕੁਝ ਚਾਹੁੰਦਾ ਹੈ, ਨਿਕਲ ਕੁਝ ਜਾਂਦਾ ਹੈ। ਹੋ ਸਕਦਾ ਅਗਰ ਇਸ ਇੰਟੈਂਸ਼ਨ ਔਰ ਐਟੀਟਿਊਡ ਦੇ ਨਾਲ ਉਹਨਾਂ ਦੇ
ਉਹਨਾਂ ਦੀ ਜ਼ੁਬਾਨ ਤੋਂ ਜਾਂ ਉਹਨਾਂ ਦੇ ਮੁਖਾਰ ਬਿੰਦ 'ਚੋਂ ਇਹ ਗੱਲ ਨਿਕਲੀ ਹੈ ਤਾਂ ਉਹਨਾਂ ਨੂੰ ਪੰਥ ਦੇ ਸਾਹਮਣੇ ਇਸ ਗੱਲ ਦਾ ਖੇਦ ਪ੍ਰਗਟ ਕਰਨਾ ਚਾਹੀਦਾ, ਪਹਿਲੀ ਗੱਲ। ਅਤੇ ਦੂਸਰੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਚਿੱਤਰ ਨਾਟਕ ਦੇ ਵਿੱਚ ਜੇ ਅਸੀਂ ਮੰਨ ਵੀ ਲਈਏ ਤਾਂ ਪਿਛਲੇ ਜਨਮ ਦਾ ਆਪਣਾ ਹਾਲ ਲਿਖਿਆ ਹੈ, ਜਿਸ ਦੇ ਵਿੱਚ ਸਤਿਗੁਰਾਂ ਨੇ ਇਹ ਗੱਲ ਕਹੀ ਹੈ ਕਿ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਇਆਨੋ। ਇਹ ਬੜਾ ਅੱਗੇ ਜਾ ਕੇ ਮਹਾਰਾਜ ਕਹਿੰਦੇ ਨੇ ਕਿ ਚਿਤਨਾ ਭਇਓ ਹਮਰੋ ਆਮਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਸ ਬਚਿੱਤਰ ਨਾਟਕ ਦੇ ਵਿੱਚ ਜਿਹੜੇ ਆਪਣੇ ਪਿਛਲੇ ਜਨਮ ਦੀ ਗਾਥਾ, ਜਿਹੜੇ ਕਿ ਪੰਥ ਦੇ ਕਈ ਪ੍ਰਸਿੱਧ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਮਹਾਰਾਜ ਨੇ ਪਿਛਲੇ ਜਨਮ ਦੇ ਜੋ ਉਹਨਾਂ ਦਾ ਰਿਹਾ ਵਿਚਰਨ ਰਿਹਾ ਉਸ ਦੇ ਬਾਰੇ, ਉਸ ਦੇ ਬਾਬਤ ਲਿਖਿਆ ਹੈ। ਤੇ ਉਸ ਦੇ ਵਿੱਚ ਵੀ ਇਸ ਗੱਲ ਦਾ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਕਿ ਸਾਡੇ ਵੱਡੇ ਵਡੇਰੇ ਜਿਹੜੇ ਸੀ ਉਹ ਲਵ ਅਤੇ ਕੁਸ਼ ਦੇ ਵੰਸ਼ਜ ਦੇ ਵਿੱਚੋਂ ਅਸੀਂ ਆਉਂਦੇ ਹਾਂ, ਜਾਂ ਸ਼੍ਰੀ ਰਾਮ ਭਗਵਾਨ ਸ਼੍ਰੀ ਰਾਮ ਦੇ ਵੰਸ਼ਜ ਦੇ ਵਿੱਚੋਂ ਅਸੀਂ ਆਉਂਦੇ ਹਾਂ। ਤੇ ਮੈਂ ਕਹਿਣਾ ਕਿ ਜਿਹੜੀ ਗੱਲ ਗੁਰੂ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਨਹੀਂ ਕਹੀ, ਉਸ ਨੂੰ ਪੰਥ ਦੇ ਸਾਹਮਣੇ ਲਿਆ ਕੇ ਸੰਸਾਰ ਦੇ ਸਾਹਮਣੇ ਨਸ਼ਰ ਕਰਕੇ ਮੈਸੇਜ ਕੀ ਦਿੱਤਾ ਜਾਂਦਾ ਹੈ, ਅਤੇ ਇਸ ਤਰ੍ਹਾਂ ਦੀ ਕੰਟਰੋਵਰਸੀ ਜਿਹੜੀਆਂ ਪੰਥ ਦੇ ਵਿੱਚ ਪੈਦਾ ਹੁੰਦੀਆਂ ਨੇ ਉਸ ਨੂੰ ਅਵੋਇਡ ਕੀਤਾ ਜਾਣਾ ਚਾਹੀਦਾ, ਉਸ ਤੋਂ ਦੂਰ ਰਹਿਣਾ ਚਾਹੀਦਾ ਹੈ। ਔਰ ਖਾਸ ਕਰਕੇ ਜਿਹੜੇ ਤਖਤਾਂ ਦੇ ਜਥੇਦਾਰ ਹੋਣ, ਐਸੀ ਜ਼ਿੰਮੇਵਾਰੀ ਵਾਲੀਆਂ ਪੋਸਟਾਂ ਤੇ ਬੈਠੇ ਹੋਣ, ਔਰ ਗੁਰੂ ਪਦ ਦੀ ਤਕਰੀਬਨ ਦਰਜਾ ਉਹਨਾਂ ਪੰਜਾਂ ਨੂੰ ਪ੍ਰਾਪਤ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਗੁਰੂ ਪੰਥ ਨੂੰ ਜਿਹੜੀ ਬਾਗਡੋਰ ਹੈ ਗੁਰੂ ਸਾਹਿਬ ਖੁਦ ਆਪਣੀ ਹੱਥੀ ਦੇ ਕੇ ਗਏ ਨੇ ਪੰਜਾਂ ਪਿਆਰਿਆਂ ਦੇ ਸਰੂਪ ਦੇ ਵਿੱਚ। ਤੋ ਇਸ ਚੀਜ਼ ਨੂੰ ਬਿਲਕੁਲ ਅੱਗੋਂ ਤੋਂ ਇਹ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਤਰੀਕੇ ਦੇ ਡਿਸਪਿਊਟਡ ਜਿਹੜੇ ਸਟੇਟਮੈਂਟ ਹਨ ਉਹ ਪੰਥ ਨੂੰ ਨਾ ਦਿੱਤੇ ਜਾਣ, ਨਾ ਲਿਆਂਦੇ ਜਾਣ ਉਹਨਾਂ ਦੇ ਸਾਹਮਣੇ। ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਜ਼ਿਕਰ ਤੁਹਾਨੂੰ ਕਰਨਾ, ਜਿਹੜਾ ਕਿ ਬਚਿੱਤਰ ਨਾਟਕ ਦੇ ਵਿੱਚ ਹੀ ਉਹਨਾਂ ਨੇ ਸ਼੍ਰੀ ਅਕਾਲ ਪੁਰਖ ਵਾਚ ਸਕੀਟ ਪ੍ਰਤ, ਇਸ ਦੇ ਵਿੱਚ ਅਕਾਲ ਪੁਰਖ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਗੁਫ਼ਤਗੂ ਹੋਈ ਹੈ ਆਪਸ 'ਚ ਬੈਠ ਕੇ, ਜਿਸ ਤਰ੍ਹਾਂ ਉਹਨਾਂ ਨੇ ਸਤਿਗੁਰਾਂ ਨੇ ਆਪ ਵਰਣਨ ਕੀਤਾ ਹੈ, ਜਿਸ ਵਿੱਚ ਸਤਿਗੁਰੂ ਕਹਿੰਦੇ ਨੇ ਕਿ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਦਇਤ ਰਚੇ ਦੁਸ਼ਟ ਦੁਖਦਾਈ ਤੇ ਭੁਜਬਲ ਬਵਰੇ ਹੋਏ ਗਏ ਪੂਜਤ ਪਰਮ ਪੁਰਖ ਰਹਿ ਗਏ। ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਹੇ ਨੇ। ਇਸ ਦੇ ਵਿੱਚ ਅਖੀਰ ਦੇ ਵਿੱਚ ਸਤਿਗੁਰ ਕਹਿੰਦੇ ਨੇ ਕਿ ਅਕਾਲ ਪੁਰਖ ਨੇ ਮੈਨੂੰ ਇਹ ਗੱਲ ਕਹੀ ਕਿ ਜਿਹੜੇ ਵੀ ਮੈਂ ਸੰਸਾਰ ਦੇ ਵਿੱਚ ਪੈਗੰਬਰ ਬਣਾ ਕੇ, ਸ਼ਕਤੀ ਦੇ ਕੇ, ਤਾਕਤ ਦੇ ਕੇ ਸੰਸਾਰ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਦੇ ਵਾਸਤੇ, ਰੱਬ ਦੇ ਨਾਲ ਸਿੱਧਾ ਸੰਪਰਕ ਬਣਾ ਕੇ ਤੇ ਉਸ ਦੀ ਬੰਦਗੀ, ਪੂਜਾ ਜਾਂ ਸਿਮਰਨ ਜਾਂ ਪਾਠ ਕਰਨ ਦੇ ਵਾਸਤੇ ਭੇਜੇ ਸਨ, ਉਹ ਸਾਰੇ ਦੇ ਸਾਰੇ ਜਿਹੜੇ ਹਨ ਉਹਨਾਂ ਨੇ ਆਪਣਾ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਅਤੇ ਅਕਾਲ ਪੁਰਖ ਦੇ ਬਾਬਤ ਨਾ ਕਿਸੇ ਨੇ ਕੋਈ ਬਾਤ ਕਹੀ, ਨਾ ਕਿਸੇ ਨੇ ਬਾਤ ਪੁੱਛੀ, ਅਤੇ ਸਾਰੇ ਲੋਕ ਜਿਹੜੇ ਨੇ ਉਹ ਧਾਰਮਿਕ ਕਰਮ ਕਾਂਡਾਂ ਦੇ ਵਿੱਚ, ਅਡੰਬਰਾਂ ਦੇ ਵਿੱਚ ਅਤੇ ਹੋਰ ਉਲਝਾਓ ਦੇ ਵਿੱਚ ਫਸ ਗਏ। ਰੱਬ ਦੇ ਨਾਲ ਸਿੱਧਾ ਜੋੜਨ ਵਾਲੀ ਗੱਲ ਕਿਸੇ ਮਹਾਪੁਰਸ਼ ਪੈਗੰਬਰ ਗੁਰੂ ਪੀਰ ਅਵਤਾਰ ਨੇ ਆ ਕੇ ਨਹੀਂ ਕੀਤੀ। ਤੇ ਸਤਿਗੁਰਾਂ ਨੇ ਕਿਹਾ ਕਿ ਅਖੀਰ ਦੇ ਵਿੱਚ ਅਕਾਲ ਪੁਰਖ ਨੇ ਮੈਨੂੰ ਇਹ ਗੱਲ ਕਹੀ ਕਿ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਲੋਕ ਪਠਾਇਓ। ਅਤੇ ਮੈਨੂੰ ਅਕਾਲ ਪੁਰਖ ਨੇ ਕਿਹਾ ਵੀ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰਬੇ ਕੋ ਸਾਜਾ ਜਾਏ ਤਹਾਂ ਤੈ ਧਰਮ ਚਲਾਏ ਕਬੁੱਧ ਕਰਮ ਤੇ ਲੋਕ ਹਟਾਏ। ਇਹ ਪਰਪਸ, ਇਹ ਮਕਸਦ ਦੇ ਵਾਸਤੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ ਗਿਆ। ਅਤੇ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਸੋ ਸਤਿਗੁਰਾਂ ਨੇ ਆਪਣੇ ਮਕਸਦ ਨੂੰ ਬਿਲਕੁਲ ਕੈਟੇਗਰੀਲੀ ਕਲੀਅਰ ਕੀਤਾ ਹੈ। ਅਤੇ ਉਸ ਦੇ ਉੱਤੇ ਚੱਲਦਿਆਂ ਹੋਇਆਂ 42 ਸਾਲ ਦੇ ਵਿੱਚ ਹਕੂਮਤ ਦੇ ਜ਼ੁਲਮ, ਅਤਿਆਚਾਰ ਅਤੇ ਅਨਿਆਂ ਦੇ ਖਿਲਾਫ ਸਤਿਗੁਰਾਂ ਨੇ ਇਹ ਲੋਹਾ ਲਿਆ, ਲੜਾਈਆਂ ਲੜੀਆਂ ਨੇ ਅਤੇ ਹਿੰਦੂ ਧਰਮ ਦੀ ਰੱਖਿਆ ਦੇ ਖਾਤਰ ਅਤੇ ਪੂਰਾ ਸਰਬੰਸ ਦਾਨ ਕੀਤਾ ਹੈ। ਜਿਨ੍ਹਾਂ ਮੁਸ਼ਕਲਾਤਾਂ ਤੋਂ ਸਤਿਗੁਰ ਲੰਘੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਮੈਂ ਇਸ ਦੇ ਹੋਰ ਡਿਟੇਲ ਨਹੀਂ ਜਾਵਾਂਗਾ। ਦੂਸਰਾ ਇੱਕ ਇਸ਼ੂ ਹੈ ਜਿਹੜਾ ਢੱਡਰੀਆਂ ਵਾਲਿਆਂ ਦਾ ਹੈ। ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਗਰ ਉਹ ਮਤਲਬ ਅਕਾਲ ਤਖਤ ਤੇ ਪੇਸ਼ ਨਹੀਂ ਹੁੰਦੇ ਤੇ ਅੱਗੋਂ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਏਗਾ। ਮੈਂ ਇਸ ਬਾਬਤ ਵੀ ਆਪਣੀ ਬੇਨਤੀ ਤੁਹਾਡੀ ਸੇਵਾ ਦੇ ਵਿੱਚ ਕਰਨਾ ਚਾਹੁੰਦਾ ਸਾਧ ਸੰਗਤ ਜੀ। ਗੱਲ ਇਹ ਹੈ ਕਿ ਸਖਤੀ ਜਿਹੜੀ ਹੈ ਨਾ, ਇਹ ਡਿਕਟੇਟਰਸ਼ਿਪ ਟਾਈਪ ਤਾਂ ਕੋਈ ਐਟੀਟਿਊਡ
ਪੰਥ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਉਹਦਾ ਕਾਰਨ ਕੀ ਹੈ ਕਿ ਗੁਰੂ ਮਹਾਰਾਜ ਨੇ ਕਿਹਾ ਜੇ ਕੋਈ ਮਸਲੇ ਪੰਥ ਦੇ ਐਸੇ ਹੋਣ ਜਿਹੜੇ ਗੁਰੂ ਮਾਰਗ ਦੇ ਨਾਲ ਸੰਬੰਧਿਤ ਹੋਣ, ਗੁਰਬਾਣੀ ਨਾਲ ਸੰਬੰਧਿਤ ਹੋਣ, ਗੁਰਬਾਣੀ ਦੀ ਵਿਆਖਿਆ ਦੇ ਨਾਲ ਸੰਬੰਧਿਤ ਹੋਣ, ਜਾਂ ਕਿਸੇ ਪ੍ਰਚਾਰਕ ਨੇ ਜਾਂ ਕਿਸੇ ਗੁਰੂ ਕੇ ਗੁਰਸਿੱਖ ਪਿਆਰੇ ਨੇ ਕੋਈ ਐਸੀ ਗੱਲ ਕਹੀ ਹੈ ਜਿਹੜੀ ਕਿ ਪੰਥ ਦੀਆਂ ਹਿੱਤਾਂ ਦੇ ਖਿਲਾਫ ਜਾਂਦੀ ਹੈ, ਤਾਂ ਉਸ ਦਾ ਇੱਕ ਰਸਤਾ ਹੈ। ਉਸ ਦਾ ਰਸਤਾ ਇਹ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ। ਆਪਸ ਡਿਸਕਸ਼ਨ ਕਰਨੀ, ਵਿਚਾਰ ਵਟਾਂਦਰਾ ਕਰਨਾ, ਅਤੇ ਡਿਸਕਸ਼ਨ ਦੇ ਵਿੱਚ ਡਿਬੇਟ ਹੋਣੀ ਚਾਹੀਦੀ ਹੈ। ਉਸ ਡਿਬੇਟ ਦੇ ਵਿੱਚ ਜਿਹੜੀ ਚੀਜ਼ ਸਹੀ ਹੈ, ਜਿਹੜੀ ਪੰਥ ਦੇ ਗੁਰੂ ਦੇ ਦੱਸੇ ਮਾਰਗ ਦੇ ਮੁਤਾਬਕ ਅਗਰ ਸਹੀ ਹੈ, ਤੇ ਉਹ ਪੰਥ ਦੇ ਸਾਹਮਣੇ ਨਿੱਤਰ ਕੇ ਸਾਹਮਣੇ ਆਉਣੀ ਚਾਹੀਦੀ ਹੈ। ਸੋ ਇਹ ਜਿਹੜਾ ਹੈ ਕਿ ਸਖਤੀ ਵਰਤਣ ਦਾ ਹੁਕਮ ਉਦੋਂ ਹੀ ਗੁਰੂ ਸਾਹਿਬ ਨੇ ਕੀਤਾ ਹੈ ਜਦੋਂ ਸਤਿਗੁਰੂ ਕਹਿੰਦੇ ਨੇ ਤੁਹਾਡੇ ਸਾਰੇ ਵਸੀਲੇ, ਹੀਲੇ, ਅਪਰੋਚ, ਢੰਗ, ਤਰੀਕੇ ਐਂਡ ਜੋ ਡਿਸਕਸ਼ਨਸ, ਡਿਬੇਟ ਦੇ ਜਦੋਂ ਮੁੱਕ ਜਾਣ, ਅਗਲਾ ਬਿਲਕੁਲ ਜ਼ੁਲਮ ਅਤੇ ਅਨਿਆਏ ਦੇ ਉੱਤੇ ਉਤਾਰੂ ਹੋਵੇ, ਉਦੋਂ ਸਤਿਗੁਰਾਂ ਨੇ ਗੱਲ ਕਹੀ ਹੈ ਕਿ ਬਈ ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। when all other means are exhausted, it is fair and proper to take up the sword। ਸੋ ਉਦੋਂ ਇਹ ਅਖੀਰ ਦੇ ਵਿੱਚ ਜਾ ਕੇ ਜਦੋਂ ਜਿਹੜੀ ਸਿਚੁਏਸ਼ਨ ਹੈ ਉਹ ਐਕਸਟ੍ਰੀਮਲੀ ਆਊਟ ਆਫ ਕੰਟਰੋਲ ਹੋ ਜਾਏ, ਉਦੋਂ ਇਹ ਸ਼ਬਦ ਜਿਹੜੇ ਨੇ, ਇਹ ਚੀਜ਼ਾਂ ਵਰਤੀਆਂ ਜਾਣੀਆਂ ਚਾਹੀਦੀਆਂ ਨੇ ਜਿਹੜੀਆਂ ਸਖਤੀ ਦੇ ਨਾਲ ਸੰਬੰਧਿਤ ਹੋਣ। ਪੰਥ ਦੀਆਂ ਦੁਬਦਾਵਾਂ, ਪੰਥ ਦੇ ਵਿਚਾਰ ਵਟਾਂਦਰੇ ਦੇ ਵਿੱਚ ਬਹੁਤ ਵੱਡਾਪਨ ਹੋਣਾ ਚਾਹੀਦਾ ਹੈ। ਕਿਤੇ ਵਿਚਾਰ ਦੇ ਵਿੱਚ ਅਗਰ ਕੋਈ ਤਫਰਕ ਹੈ, ਕੋਈ ਡਿਫਰੈਂਸਿਸ ਹੈ, ਉਸ ਨੂੰ ਬੈਠ ਕੇ ਸੌਰਟ ਆਊਟ ਕਰਨਾ, ਸਲਟਾਉਣਾ, ਅਤੇ ਇਹ ਵੱਡਾਪਨ ਹੁੰਦਾ ਹੈ। ਤੁਹਾਨੂੰ ਪਤਾ ਹੈ ਕਿ ਜਦੋਂ ਬਾਬਾ ਮੋਹਨ ਜੀ ਦੇ ਕੋਲ ਬਾਣੀ ਦੀਆਂ ਸੰਚੀਆਂ ਸਨ, ਗੁਰਸਿੱਖਾਂ ਨੂੰ ਭੇਜਣ ਤੋਂ ਬਾਅਦ ਜਦੋਂ ਉਹ ਸਫਲ ਨਹੀਂ ਹੋਈ ਗੱਲ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕੀਰਤਨ ਕਰਦੇ ਹੋਏ ਨੰਗੀ ਪੈਰੀ ਬਾਬਾ ਮੋਹਨ ਜੀ ਦੇ ਡੇਰੇ ਤੇ ਗਏ ਸੀ। ਇਹ ਹੰਬਲਨੈਸ ਹੈ, ਇਹ ਗੁਰੂਆਂ ਨੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਤੋਂ ਉਦਾਸੀ ਪੰਥ ਬਾਬਾ ਸ਼੍ਰੀ ਚੰਦ ਜੀ ਨੇ ਪੈਦਾ ਹੋਇਆ। ਅੱਜ ਵੀ ਉਦਾਸੀ ਪੰਥ ਚੱਲ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਪ੍ਰਿਥੀ ਚੰਦ ਜ਼ਿੰਦਗੀ ਭਰ ਵੈਰ ਕਰਦਾ ਰਿਹਾ ਹੈ, ਪਰ ਸਤਿਗੁਰਾਂ ਨੇ ਉਹਨਾਂ ਗੱਲਾਂ ਨੂੰ ਕਦੀ ਨੋਟਿਸ ਦੇ ਵਿੱਚ ਨਹੀਂ ਲਿਆਂਦਾ। ਸੋ ਜੋ ਗੁਰੂਆਂ ਦੇ ਦਰਸਾਈਆਂ ਹੋਈਆਂ ਪਰੰਪਰਾ ਨੇ, ਜੋ ਗੁਰੂ ਦੇ ਦਰਸਾਏ ਹੋਏ ਮਾਰਗ ਨੇ, ਜੋ ਗੁਰੂ ਪੂਰਨੇ ਪਾ ਕੇ ਸਾਨੂੰ ਮਾਰਗਦਰਸ਼ਨ ਦੇ ਕੇ ਗਏ ਨੇ, ਉਹਨਾਂ ਨੂੰ ਮੁਕੰਮਲ ਤੌਰ ਤੇ ਪਹਿਲਾਂ ਅਪਣਾ ਲੈਣਾ ਚਾਹੀਦਾ ਹੈ ਅਤੇ ਪੂਰਾ ਉਸ ਨੂੰ ਉਹ ਗ੍ਰਾਈਂਡ ਕਰ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਜਦੋਂ ਰਸਤਾ ਕੋਈ ਨਾ ਬਚੇ ਅਤੇ ਪੂਰੀ ਚੀਜ਼ ਜਿਹੜੀ ਹੈ ਇਸ ਸ਼ੇਪ ਦੇ ਵਿੱਚ ਆ ਜਾਏ ਕਿ ਨਹੀਂ ਹੁਣ ਸਿਵਾਏ ਸਖਤੀ ਕਰਨ ਦੇ ਹੋਰ ਕੋਈ ਉਪਾਅ ਨਹੀਂ ਹੈ, ਤਦੋਂ ਇਹ ਸਿਚੁਏਸ਼ਨ ਪੈਦਾ ਹੋਣੀ ਚਾਹੀਦੀ ਹੈ। ਮੇਰਾ ਖਿਆਲ ਇਹਨਾਂ ਦੋਨਾਂ ਇਸ਼ੂਜ਼ ਦੇ ਉੱਤੇ ਜਿਹੜੇ ਪੰਥਕ ਸਾਡੇ ਰਹਿਨੁਮਾ ਨੇ, ਸਾਡੇ ਆਗੂ ਨੇ, ਉਹਨਾਂ ਨੂੰ ਬਿਲਕੁਲ ਇੱਕ ਸਿੰਸੀਅਰਲੀ, ਸੀਰੀਅਸਲੀ ਐਂਡ ਸਮਝਦਾਰੀ ਦੇ ਨਾਲ ਨੋਟਿਸ ਲੈਣਾ, ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਕਿਉਂਕਿ ਮੈਂ ਕਿਸੇ ਕਾਬਲ ਨਹੀਂ ਔਰ ਮੈਂ ਕੋਈ ਬਹੁਤ ਡਿਕਟੇਟਿਵ ਕੰਡੀਸ਼ਨ ਦੇ ਵਿੱਚ ਕੋਈ ਗੱਲ ਨਹੀਂ ਕਰਦਾ। ਮੈਂ ਇੱਕ ਹੰਬਲ ਵਿਨਮਰ ਬੇਨਤੀ ਅਤੇ ਅਰਦਾਸ ਦੇ ਰੂਪ ਦੇ ਵਿੱਚ ਤੁਹਾਨੂੰ ਕਹਿਣਾ ਕਿ ਇਹ ਜਿਹੜੇ ਹੁਣ ਅੱਜ ਹੋ ਕੀ ਰਿਹਾ, ਅੱਜ ਸੋਸ਼ਲ ਮੀਡੀਆ ਦੇ ਵਿੱਚ ਢੱਡਰੀਆਂ ਵਾਲੇ ਆਪਣਾ ਕੁਝ ਸਟੇਟਮੈਂਟ ਦੇ ਰਹੇ ਨੇ, ਹਜ਼ਾਰਾਂ ਸਿੱਖ ਉਹਨਾਂ ਦੀ ਸਪੋਰਟ ਦੇ ਵਿੱਚ ਕੁਝ ਯਾਦ ਗੱਲਾਂ ਕੁਝ ਲਿਖ ਰਹੇ ਨੇ, ਕੁਝ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਦੇ ਬਾਰੇ ਕੁਝ ਹੋ ਰਿਹਾ ਹੈ। ਇਹਨਾਂ ਚੀਜ਼ਾਂ ਨੂੰ ਪੰਥ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਹੈ ਔਰ ਇਹ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਨਹੀਂ ਹੋਣੀ ਚਾਹੀਦੀ। ਬਹੁਤ ਸਾਰੀਆਂ ਤਕਲੀਫਾਂ ਅੱਗੇ ਹੀ ਹਨ ਜਿਹੜੀਆਂ ਕਿ ਪੰਥ ਦੇ ਰੂਪ ਦੇ ਵਿੱਚ ਹਨ, ਜੋ ਬਹੁਤ ਕੰਮ ਐਸੇ ਨੇ ਜਿਹੜੇ ਕਰਨ ਵਾਲੇ ਨੇ। ਅਸੀਂ ਆਪਣੀ ਸਾਰੀ એનર્ਜੀ ਨੂੰ ਇਹਨਾਂ ਗੱਲਾਂ ਦੇ ਵਿੱਚ ਵੇਸਟ ਕਰ ਦਿੰਦੇ ਆ, ਕੰਟਰੋਵਰਸੀ ਦੇ ਵਿੱਚ, ਆਪਸ ਦੇ ਵਿੱਚ ਲੜਨ ਦੇ ਵਿੱਚ, ਆਪਸ ਦੇ ਵਿੱਚ ਭਿੜਨ ਦੇ ਵਿੱਚ ਔਰ ਆਪਸ ਦੇ ਵਿੱਚ ਆਪਣੀ ਈਗੋਜ਼ ਨੂੰ ਸੈਟੀਸਫਾਈਡ ਕਰਨ ਦੇ ਵਾਸਤੇ, ਇੱਕ ਦੂਜੇ ਨੂੰ ਨੀਚਾ ਦਿਖਾਉਣ ਦੇ ਵਾਸਤੇ ਇਹ ਚੱਕਰਬਾਜੀ ਖਤਮ ਹੋਣੀ ਚਾਹੀਦੀ ਹੈ। ਸੋ ਮੈਂ ਆਪਣੇ ਵਿਚਾਰ ਦੋ ਇਸ਼ੂਜ਼ ਦੇ ਉੱਤੇ ਆਪ ਜੀ ਦੇ ਸਾਹਮਣੇ ਰੱਖੇ ਨੇ। ਆਸ ਹੈ ਕਿ ਮੇਰੇ ਕੋਲੋਂ ਅਗਰ ਕੋਈ ਐਸਾ ਲਫ਼ਜ਼ ਜਾਂ ਐਸੀ ਕੋਈ ਬਾਤ ਨਿਕਲ ਗਈ ਹੋਵੇ ਜਿਹੜੀ ਕਿ ਗੁਰਮਤ ਦੇ ਵਿਰੁੱਧ, ਗੁਰਸਿੱਖੀ ਦੇ ਵਿਰੁੱਧ ਜਾਂ ਗੁਰੂ ਦੇ ਦੱਸੇ ਮਾਰਗ ਦੇ ਵਿਰੁੱਧ ਜਾਂਦੀ ਹੋਵੇ, ਤੇ ਮੈਂ ਬਿਲਕੁਲ ਖਿਮਾ ਦਾ ਯਾਚਕ ਹਾਂ ਅਤੇ ਮੈਂ ਚਾਹਾਂਗਾ ਕਿ ਅਸੀਂ ਜਿਹੜੇ ਪੰਜਾਬ ਦੇ ਬਾਹਰ ਬੈਠੇ ਹੋਏ ਸਿੱਖ ਹਾਂ ਉਹਨਾਂ ਨੂੰ ਇੱਕ ਇਹ ਕਲੀਅਰ ਕੱਟ ਮਤਲਬ ਯੂਨਿਟੀ, ਸਟਰੈਂਥ, ਇੰਟੈਗ੍ਰਿਟੀ, ਹਾਰਮੋਨੀ, ਆਪਸ 'ਚ ਸਦਭਾਵਨਾ, ਮੁਹੱਬਤ, ਪ੍ਰੇਮ, ਇਹ ਮੈਸੇਜ ਮਿਲੇ
ਤਾਂ ਕਿ ਲੋਕਾਂ ਨੂੰ ਇਹ ਸਮਝ ਆਵੇ ਔਰ ਲੋਕਾਂ ਨੂੰ ਇਹ ਲੱਗੇ ਕਿ ਸਿੱਖ ਜਿਹੜੇ ਨੇ ਯੂਨਾਈਟਿਡ ਨੇ, ਇੱਕ ਮੁੱਠ ਨੇ, ਡਿਟਰਮਾਈਂਡ ਨੇ, ਗੁਰੂ ਦੀ ਸਿੱਖਿਆ ਦੇ ਉੱਤੇ ਮੁਕੰਮਲ ਤੌਰ ਤੇ ਖਰੇ ਉਤਰਦੇ ਨੇ ਅਤੇ ਇਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।